एक पासे दा स्टूल नूं पकड़ लेना आ ते दूसरे हत्थ दे नाल इधरों अपने हैड नूं पकड़ लेना आ ते दोनों एक पासे नूं खिच पाउणी आ। इत्थे तुहाडे स्ट्रैच होना चाहिदा आ। इस स्ट्रैच नूं असीं 10 सैकेंड होल्ड करके रखना है। 10 सैकेंड होल्ड करके 1 2 3 4 5 6 7 8 9 10 रिलैक्स। ਸਰਵਾਈਕਲ ਤਾਂ ਧੌਣ ਦੇ ਜਿਹੜੇ 7 ਮਣਕੇ ਆ ਪਹਿਲਾਂ ਉਹਨਾਂ ਦਾ ਨਾਮ ਸਰਵਾਈਕਲ ਹੈ। ਆਪਣੇ ਧੌਣ ਦੇ ਆਲੇ ਦੁਆਲੇ ਵਾਲੇ ਮਸਲਸ ਹੁੰਦੇ ਆ ਉਹਨਾਂ ਦੇ ਵਿੱਚ ਸੋਜਿਸ਼ ਆ ਜਾਣੀ ਜਾਂ ਦਰਦ ਹੋਣੀ। ਕਈ ਵਾਰੀ ਕੀ ਹੁੰਦਾ ਜਿਹੜੇ ਆਪਣੇ ਧੌਣ ਦੇ ਮਸਲਸ ਹੁੰਦੇ ਸਿੱਧਾ ਸਾਡੇ ਸਿਰ ਦੇ ਨਾਲ ਅਟੈਚ ਹੁੰਦੇ ਆ, ਸਾਡੀ ਸਕਲ ਦੇ ਨਾਲ ਅਟੈਚ ਹੁੰਦੇ। ਕਈ ਵਾਰੀ ਉਹਨਾਂ ਵਿੱਚ ਕੰਪਰੈਸ਼ਨ ਹੋਣ ਦੇ ਨਾਲ ਸਾਡੇ ਜਿਹੜੇ ਨਰਵਸ ਆ ਉਹ ਇੰਪਿੰਜ ਹੋ ਜਾਂਦੀਆਂ। ਨਰਵ ਟਾਈਟ ਹੋਣ ਦੇ ਨਾਲ ਜਿਹੜੇ ਸਾਨੂੰ ਚੱਕਰ ਆਉਣ ਲੱਗ ਪੈਂਦੇ ਆ ਅਤੇ ਕਈ ਵਾਰੀ ਵੋਮਿਟ ਆਉਣ ਵੀ ਕਰਦਾ ਆ। ਅਤੇ ਐਕਸਰਸਾਈਜ਼ 'ਤੇ ਆਪਣੀ ਫਿਜ਼ੀਓਥੈਰੇਪੀ 'ਤੇ ਧਿਆਨ ਦਿਓ ਅਤੇ ਇਮੀਡੀਏਟ ਰਿਲੀਫ ਨਹੀਂ ਮਿਲਣਾ ਉਸ ਚੀਜ਼ ਦੇ ਨਾਲ। ਫਿਜ਼ੀਓਥੈਰੇਪੀ ਦੇ ਨਾਲ ਕੋਈ ਵੀ ਪ੍ਰੋਬਲਮ ਟਾਈਮ ਲੈਂਦੀ ਠੀਕ ਹੋਣ ਨੂੰ, ਹੌਲੀ ਹੌਲੀ ਠੀਕ ਹੁੰਦੀ ਪਰ ਜੜ ਤੋਂ ਠੀਕ ਹੋ ਜਾਂਦੀ ਆ। ਕਈ ਵਾਰੀ ਆਪਾਂ ਦੇਖੀਦਾ ਕਿ ਗਰਦਨ 'ਚੋਂ ਦਰਦ ਹੋ ਕੇ ਬਾਹਾਂ ਦੇ ਵਿੱਚ ਸਪਲਾਈ ਹੁੰਦੀ ਹੈ। ਬਹੁਤ ਹੀ ਕੇਸਿਸ ਦੇਖਣ ਨੂੰ ਆਇਆ ਕਿ ਮੈਂ ਜੀ ਬਹੁਤ ਇਲਾਜ ਕਰਵਾਇਆ। बहुत इलाज का मतलब 5 दिन किसी मालच वाले को, 5 दिन किसी मेडिसिन वाले को, 5 दिन किसी फिजियोथेरेपिस्ट को। इस चीज़ से सानू थोड़ा जा पेशेंस रखनियाँ पैंदियां। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਤੁਸੀਂ ਵੇਖ ਰਹੇ ਹੋ RPD 24 ਤੇ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ ਡਾਕਟਰੀ ਸਲਾਹ। ਤੇ ਅੱਜ ਅਸੀਂ ਪਹੁੰਚੇ ਆਦਮਪੁਰ ਦੇ ਦ ਮਾਸਟਰ ਫਿਜ਼ੀਓਥੈਰੇਪੀ ਕਲੀਨਿਕ ਦੇ ਵਿੱਚ, ਜਿੱਥੇ ਡਾਕਟਰ ਰਜਿੰਦਰਪਾਲ ਜੀ ਆਪਣੀਆਂ ਸੇਵਾਵਾਂ ਦੇ ਰਹੇ ਨੇ ਔਰ ਪਿਛਲੇ ਲੰਬੇ ਸਮੇਂ ਤੋਂ ਪ੍ਰੈਕਟਿਸ ਕਰਦੇ ਪਏ ਨੇ ਔਰ ਇਹਦੇ ਨਾਲ ਨਾਲ ਫਿਜ਼ੀਓਥੈਰੇਪੀ ਦੇ ਰਾਹੀਂ ਬਹੁਤ ਸਾਰੀਆਂ ਬਿਮਾਰੀਆਂ ਦਾ ਇਲਾਜ ਕੀਤਾ ਜਾਂਦਾ ਹੈ। ਔਰ ਅੱਜ ਅਸੀਂ ਗੱਲ ਕਰਾਂਗੇ ਗਰਦਨ ਦਰਦ ਦੀ ਜਾਂ ਅਸੀਂ ਕਹ ਲਈਏ ਕਿ ਸਰਵਾਈਕਲ ਦੀ, ਕਿਉਂਕਿ ਬਹੁਤ ਸਾਰੇ ਇਹੋ ਜਿਹੇ ਲੋਕ ਨੇ ਜਿਨ੍ਹਾਂ ਨੂੰ ਇਹ ਮੁਸ਼ਕਿਲ ਜਿਹੜੀ ਹੈ ਆਣ ਘੇਰਦੀ ਹੈ ਔਰ ਕਿਵੇਂ ਇਹ ਪੈਦਾ ਹੁੰਦੀ ਹੈ ਔਰ ਕੀ ਇਸ ਦਾ ਇਲਾਜ ਆ, ਇਸ ਸਭ ਬਾਰੇ ਅੱਜ ਅਸੀਂ ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਤਾਂ RPD ਟੀਮ ਦਾ ਬਹੁਤ ਬਹੁਤ ਧੰਨਵਾਦ। ਅਤੇ ਅੱਜ ਮੈਂ ਦੱਸਣਾ ਚਾਹੂੰਗਾ ਕਿ ਫਿਜ਼ੀਓਥੈਰੇਪੀ ਕੀ ਹੈ। ਜੀ, ਫਿਜ਼ੀਓਥੈਰੇਪੀ ਇੱਕ ਅਜਿਹੀ ਆਧੁਨਿਕ ਮੈਡੀਕਲ ਸਾਇੰਸ ਜਿਹਦੇ ਵਿੱਚ ਅਸੀਂ ਬਿਨਾਂ ਕਿਸੇ ਦਵਾਈ ਤੋਂ, ਬਿਨਾਂ ਕਿਸੇ ਸਰਜਰੀ ਤੋਂ ਬਹੁਤ ਸਾਰੀਆਂ ਬਿਮਾਰੀਆਂ ਦਾ ਇਲਾਜ ਕਰਦੇ ਹਾਂ। ਜਿਵੇਂ ਕਿ ਮਸਕੂਲੋਸਕੈਲਟਲ ਡਿਸਆਰਡਰਸ, ਹੱਡੀਆਂ ਦੀ ਮਾਸਪੇਸ਼ੀ ਨਾਲ ਰਿਲੇਟਡ ਕੋਈ ਬਿਮਾਰੀ ਹੋਵੇ, ਜਿਵੇਂ ਕਿ ਕਮਰ ਦਰਦ, ਗੋਡਿਆਂ 'ਚ ਦਰਦ, ਮੋਢਿਆਂ 'ਚ ਦਰਦ, ਕੋਈ ਵੀ ਮਾਸਪੇਸ਼ੀਆਂ ਦੀ ਪ੍ਰੋਬਲਮ। ਅਤੇ ਕੁਝ ਨਿਊਰੋਲੋਜੀਕਲ ਡਿਸਆਰਡਰਸ ਜਿਵੇਂ ਕਿ ਅਧਰੰਗ, ਲਕਵਾ ਜਾਂ ਦਿਮਾਗ ਦੀ ਕਮਜ਼ੋਰੀ ਕਰਕੇ ਕਿਸੇ ਵੀ ਅੰਗ ਪੈਰ ਦਾ ਖੜ੍ਹ ਜਾਣਾ ਆਦਿ। ਇਹਨਾਂ ਬਿਮਾਰੀਆਂ ਦਾ ਇਲਾਜ ਅਸੀਂ ਫਿਜ਼ੀਓਥੈਰੇਪੀ ਨਾਲ ਕਰਦੇ ਹਾਂ। ਹੁਣ ਫਿਜ਼ੀਓਥੈਰੇਪੀ ਦੇ ਅੱਗੇ ਪਾਰਟਸ ਹੁੰਦੇ ਆ ਕਿ ਕਿਸ ਕਿਸ ਡਿਵੀਜ਼ਨ ਨਾਲ ਆਪਾਂ ਇਹਦਾ ਇਲਾਜ ਕਰਦੇ ਹਾਂ। ਪਹਿਲੀ ਡਿਵੀਜ਼ਨ ਹੈਗੀ ਜੀ ਇਹਦੀ ਇਲੈਕਟ੍ਰੋਥੈਰੇਪੀ, ਜਿਹਦੇ ਵਿੱਚ ਅਸੀਂ ਕੁਛ ਆਧੁਨਿਕ ਮਸ਼ੀਨਾਂ, ਕੁਛ ਮਾਈਕਰੋ ਕਰੰਟਸ, ਕੁਛ ਰੇਡੀਏਸ਼ਨਸ, ਕੁਛ ਲੇਜ਼ਰ ਥੈਰੇਪੀਜ਼ ਦੇ ਨਾਲ ਪੇਸ਼ੈਂਟ ਮਰੀਜ਼ ਦਾ ਇਲਾਜ ਕਰਦੇ ਹਾਂ। ਅਤੇ ਦੂਸਰੇ ਨੰਬਰ 'ਤੇ ਹੈ ਆਪਣੀਆਂ ਐਕਸਰਸਾਈਜ਼ ਥੈਰੇਪੀ, ਜਿਹਦੇ ਵਿੱਚ ਅਸੀਂ ਮਰੀਜ਼ ਦੀ ਬਿਮਾਰੀ ਦੇ ਅਕੋਰਡਿੰਗਲੀ ਉਹਦੀ ਐਕਸਰਸਾਈਜ਼ ਪ੍ਰਸਕ੍ਰਾਈਬ ਕਰੀ ਦੀ ਆ। ਤੀਸਰਾ ਹੈ ਮੈਨੂਅਲ ਥੈਰੇਪੀ, ਜਿਹਦੇ ਵਿੱਚ ਅਸੀਂ ਆਪਣੇ ਹੱਥਾਂ ਦੇ ਨਾਲ ਜਾਂ ਕਿਸੇ ਮੈਨੂਅਲ ਡਿਵਾਈਸ ਦੇ ਨਾਲ ਪੇਸ਼ੈਂਟ ਦੇ ਬੋਡੀ ਨੂੰ ਜਾਂ ਅੰਗਾਂ ਨੂੰ ਐਡਜਸਟ ਕਰਦੇ ਹਾਂ। ਜੀ ਸੋ ਡਾਕਟਰ ਸਾਹਿਬ, ਅੱਜ ਅਸੀਂ ਗੱਲ ਕਰਾਂਗੇ ਸਰਵਾਈਕਲ ਦੀ, ਕਿਉਂਕਿ ਬਹੁਤ ਸਾਰੇ ਲੋਕ ਨੇ ਜਿਹੜੇ ਇਸ ਬਿਮਾਰੀ ਦੇ ਨਾਲ ਗ੍ਰਸਤ ਨੇ ਔਰ ਆਪਣੇ ਗਲੇ ਦੇ ਉੱਤੇ ਇੱਕ ਪਟਾ ਜਿਹਾ ਬੰਨ੍ਹ ਕੇ ਘੁੰਮਦੇ ਹੁੰਦੇ ਆ। ਫਿਰ ਕਹਿਣਗੇ ਜੀ ਸਾਨੂੰ ਚੱਕਰ ਆਉਂਦੇ ਆ। ਸਭ ਤੋਂ ਪਹਿਲਾਂ ਮੈਂ ਪੁੱਛਣਾ ਚਾਹਾਂਗੀ ਕਿ ਸਰਵਾਈਕਲ ਜਿਹੜਾ ਵਾ ਉਹ ਹੈ ਕੀ ਹੈ? ਸਰਵਾਈਕਲ ਤਾਂ ਧੌਣ ਦੇ ਜਿਹੜੇ 7 ਮਣਕੇ ਆ ਪਹਿਲਾਂ ਉਹਨਾਂ ਦਾ ਨਾਮ ਸਰਵਾਈਕਲ ਹੈ। ਅੱਗੇ ਇਹਦੀਆਂ ਬਹੁਤ ਸਾਰੀਆਂ ਪ੍ਰੋਬਲਮਸ ਹੁੰਦੀਆਂ ਨੇ, ਜਿਵੇਂ ਕਿ ਸਰਵਾਈਕਲ ਸਪੌਂਡਿਲੋਸਿਸ, ਸਪੌਂਡਿਲਾਈਸਿਸ ਜਾਂ ਗਰਦਨ 'ਚ ਦਰਦ ਰਹਿਣਾ। ਇਹਦੇ ਸਿੰਪਟਮਸ ਨੇ ਜਿਹਨੂੰ ਅਸੀਂ ਆਮ ਭਾਸ਼ਾ ਸਰਵਾਈਕਲ ਹੋ ਗਿਆ ਕਹਿ ਦਿੰਦੇ ਹਾਂ। ਬਾਕੀ ਜੇ ਆਪਾਂ ਕਹੀਏ ਤਾਂ ਬਹੁਤ ਜਣੇ ਨੂੰ ਸਰਵਾਈਕਲ ਦੇ ਸਪਾਜ਼ਮ ਹੁੰਦਾ ਆ। ਸਪਾਜ਼ਮ ਮਤਲਬ ਜਿਹੜੇ ਆਪਣੇ ਧੌਣ ਦੇ ਆਲੇ ਦੁਆਲੇ ਵਾਲੇ ਮਸਲਸ ਹੁੰਦੇ ਆ ਉਹਨਾਂ ਦੇ ਵਿੱਚ ਸੋਜਿਸ਼ ਆ ਜਾਣੀ ਜਾਂ ਦਰਦ ਹੋਣੀ। ਉਹਦੇ ਬਹੁਤ ਸਾਰੇ ਰੀਜ਼ਨਸ ਹੁੰਦੇ ਆ। ਅਤੇ ਇਹ ਜਿਹੜੀ ਨੈਕ ਦੀ ਪੇਨ ਆ ਕਿਸੇ ਵੀ ਉਮਰ ਦੇ ਵਿੱਚ ਕਿਸੇ ਨੂੰ ਵੀ ਹੋ ਸਕਦੀ ਆ। ਠੀਕ ਹੈ, ਇਹ ਆਪਾਂ ਸਰਵਾਈਕਲ ਨੂੰ ਇੱਕ ਬਹੁਤ ਵੱਡੀ ਬਿਮਾਰੀ ਬਣਾ ਦਿੱਤਾ ਆ, ਪਰ ਇਹ ਬਹੁਤ ਵੱਡੀ ਬਿਮਾਰੀ ਨਹੀਂ ਹੈ। ਇਹ ਸਾਡੀ ਆਪਣੀ ਹੀ ਪੈਦਾ ਕੀਤੀ ਹੋਈ ਇੱਕ ਪ੍ਰੋਬਲਮ ਹੈ। ਠੀਕ ਹੈ, ਸਭ ਤੋਂ ਪਹਿਲਾ ਰੀਜ਼ਨ ਹੈਗਾ ਇਹਦਾ ਸਾਡਾ ਪੋਸਚਰ, ਸਾਡੀਆਂ ਹੈਬਿਟਸ। ਗਰਦਨ 'ਚ ਦਰਦ ਰਹਿਣਾ ਪਹਿਲਾਂ ਟਾਈਮ ਹੁੰਦਾ ਸੀਗਾ ਜਦੋਂ ਆਪਾਂ 40+ ਟੱਪ ਜਾਂਦੇ ਸੀਗੇ, ਉਦੋਂ ਗਰਦਨ ਦਰਦ ਵਗੈਰਾ ਸਾਡੇ ਸਟਾਰਟ ਹੁੰਦੀ ਸੀਗੀ। ਨੈਕਸਟ ਕਿਉਂਕਿ ਡੀਜਨਰੇਸ਼ਨ ਹੁੰਦੀ ਆ, ਉਮਰ ਵਧਣ ਦੇ ਨਾਲ ਹੱਡੀਆਂ ਮਾਸਪੇਸ਼ੀਆਂ ਕਮਜ਼ੋਰ ਹੋਣਾ ਸ਼ੁਰੂ ਹੋ ਜਾਂਦੀਆਂ ਨੇ। ਪਰ ਅੱਜ ਕੱਲ੍ਹ ਕੀ ਬੱਚਿਆਂ ਨੂੰ ਵੀ ਆਪਾਂ ਦੇਖਦੇ ਕਿ ਗਰਦਨ ਦਰਦ ਸ਼ੁਰੂ ਹੋ ਗਿਆ ਆ।
ਇਹਦਾ ਸਭ ਤੋਂ ਵੱਡਾ ਰੀਜ਼ਨ ਹੈਗਾ ਆ ਸਾਡਾ ਪੋਸਚਰ। ਜਿਵੇਂ ਕਿ ਅੱਜ ਕੱਲ੍ਹ ਲੋਕਡਾਊਨ ਦਾ ਟਾਈਮ ਸੀਗਾ, ਜ਼ਿਆਦਾਤਰ ਬੱਚੇ ਔਨਲਾਈਨ ਕਲਾਸਿਸ ਯੂਜ਼ ਕਰਦੇ ਸੀਗੇ, ਉਹਦੇ ਵਿੱਚ ਲੈਪਟਾਪ ਦਾ ਯੂਜ਼ ਜ਼ਿਆਦਾ ਕਰਦੇ ਸੀ, ਫ਼ੋਨ ਦਾ ਯੂਜ਼ ਜ਼ਿਆਦਾ ਕਰਦੇ ਸੀ। ਆਪਣੀ ਨੈਕ ਨੂੰ ਇੱਕ ਪੋਜੀਸ਼ਨ 'ਚ ਰੱਖਣ ਦੇ ਨਾਲ ਜ਼ਿਆਦਾਤਰ ਉਹ ਜਿਹੜੇ ਨੈਕ ਦੇ ਮਸਲਸ ਹੁੰਦੇ ਆ ਉਹ ਟਾਈਟ ਹੋ ਜਾਂਦੇ ਆ। ਹੁਣ ਸਪੋਜ਼ ਕਰੋ ਆਪਾਂ ਨੈਕ ਨੂੰ ਝੁਕਾ ਕੇ ਰੱਖਦੇ ਹਾਂ ਜਾਂ ਫ਼ੋਨ ਆਪਾਂ ਥੱਲੇ ਯੂਜ਼ ਕਰਦੇ ਪਏ ਹਾਂ, ਜਿਹੜੇ ਆਪਣੇ ਧੌਣ ਦੇ ਬੈਕ ਦੇ ਮਸਲਸ ਆ ਇਹ ਲੈਂਦਨ ਹੋ ਜਾਣੇ ਆ, ਜਿਹੜੇ ਅੱਗੇ ਵਾਲੇ ਮਸਲ ਆ ਸ਼ਾਰਟਨ ਹੋ ਜਾਣੇ ਆ। ਉਹ ਮਸਲ ਜਦੋਂ ਇੰਬੈਲੈਂਸ ਹੋ ਜਾਂਦਾ ਆ ਉਹਦੇ ਕਰਕੇ ਵੀ ਜਿਹੜੀ ਆ ਸਰਵਾਈਕਲ ਦੀ ਪੇਨ ਜਾਂ ਦਰਦ, ਨੈਕ ਸਪਾਜ਼ਮ ਸ਼ੁਰੂ ਹੋ ਜਾਂਦਾ ਆ। ਦੂਜਾ ਰੀਜ਼ਨ ਹੈਗਾ ਆ ਕਿਸੇ ਵੀ ਚੀਜ਼ ਦੀ ਡੈਫੀਸ਼ੈਂਸੀ ਹੋ ਸਕਦੀ ਆ, ਬੋਡੀ 'ਚ ਕੁਛ ਨਿਊਟ੍ਰੀਸ਼ਨ ਦੀ ਡੈਫੀਸ਼ੈਂਸੀ ਹੋ ਸਕਦੀ ਆ, ਉਹਦੇ ਕਰਕੇ ਵੀ ਨੈਕ 'ਚ ਦਰਦ ਹੋ ਸਕਦਾ ਆ। ਪਰ ਮੇਨ ਰੀਜ਼ਨ ਅੱਜ ਕੱਲ੍ਹ ਸਾਡਾ ਪੋਸਚਰ ਆ ਅਤੇ ਸਾਡੀ ਵੱਧਦੀ ਹੋਈ ਏਜ ਆ, ਅਤੇ ਹੋਰ ਵੀ ਕਿਸੇ ਐਕਸੀਡੈਂਟ ਹੋ ਗਿਆ, ਕਿਸੇ ਦਾ ਰੋਡ ਟ੍ਰੈਫਿਕ ਐਕਸੀਡੈਂਟ ਹੋ ਗਿਆ, ਉਹਦੇ ਕਰਕੇ ਉਹ ਉਹਨਾਂ ਦੇ ਨੈਕ 'ਤੇ ਸੱਟ ਲੱਗ ਗਈ, ਉਹਦੇ ਕਰਕੇ ਵੀ ਮਸਲ ਜਿਹੜੇ ਇੰਬੈਲੈਂਸ ਹੋ ਗਏ ਆ, ਉਹਦੇ ਕਰਕੇ ਵੀ ਗਰਦਨ 'ਚ ਦਰਦ ਹੋ ਸਕਦਾ। ਗਰਦਨ ਦਰਦ ਦੇ ਬਹੁਤ ਸਾਰੇ ਰੀਜ਼ਨਸ ਹੁੰਦੇ ਆ, ਉਹ ਰੀਜ਼ਨ ਦੇ ਅਕੋਰਡਿੰਗਲੀ ਫਿਰ ਅਸੀਂ ਅੱਗੇ ਆਪਣਾ ਜਿਹੜਾ ਇਲਾਜ ਆ ਨਿਯੁਕਤ ਕਰਦੇ ਹਾਂ ਜੀ। ਡਾਕਟਰ ਸਾਹਿਬ ਇੱਕ ਗੱਲ ਅਸੀਂ ਅਕਸਰ ਸੁਣਦੇ ਹਾਂ ਕਿ ਕਹਿੰਦੇ ਨੇ ਕਿ ਸਰਵਾਈਕਲ ਹੋ ਗਿਆ, ਸਰਵਾਈਕਲ ਦੇ ਨਾਲ ਚੱਕਰ ਆਉਂਦੇ ਨੇ ਸਾਨੂੰ ਬਹੁਤ ਜ਼ਿਆਦਾ, ਉਹਦਾ ਕੀ ਕਾਰਨ ਹੁੰਦਾ ਹੈ ਕਿ ਸਰਵਾਈਕਲ ਦੇ ਨਾਲ ਚੱਕਰ ਕਿਉਂ ਆਉਂਦੇ ਨੇ? ਜੀ ਕਈ ਵਾਰੀ ਕੀ ਹੁੰਦਾ, ਜਿਹੜੇ ਆਪਣੇ ਧੌਣ ਦੇ ਮਸਲਸ ਹੁੰਦੇ ਸਿੱਧਾ ਸਾਡੇ ਸਿਰ ਦੇ ਨਾਲ ਅਟੈਚ ਹੁੰਦੇ ਆ, ਸਾਡੀ ਸਕਲ ਦੇ ਨਾਲ ਅਟੈਚ ਹੁੰਦੇ, ਕਈ ਵਾਰੀ ਉਹਨਾਂ ਵਿੱਚ ਕੰਪਰੈਸ਼ਨ ਹੋਣ ਦੇ ਨਾਲ ਸਾਡੇ ਜਿਹੜੇ ਨਰਵਸ ਆ ਉਹ ਇੰਪਿੰਜ ਹੋ ਜਾਂਦੀਆਂ। ਨਰਵ ਟਾਈਟ ਹੋਣ ਦੇ ਨਾਲ ਜਿਹੜੇ ਸਾਨੂੰ ਚੱਕਰ ਆਉਣ ਲੱਗ ਪੈਂਦੇ ਆ ਅਤੇ ਕਈ ਵਾਰੀ ਵੋਮਿਟ ਆਉਣ ਵੀ ਕਰਦਾ ਆ, ਉਹ ਸਿੱਧਾ ਇੱਕ ਅਲੱਗ ਇਲਾਜ ਹੁੰਦਾ ਆ। ਜਿਵੇਂ ਕਿ ਤੁਸੀਂ ਗੱਲ ਕੀਤੀ ਕਿ ਸਰਵਾਈਕਲ ਦੇ ਵਿੱਚ ਇੱਕ ਸਰਵਾਈਕਲ ਕਾਲਰ ਲੱਗਾ ਹੁੰਦਾ ਹੈ ਗਰਦਨ ਨੂੰ, ਉਹ ਕਾਲਰ ਜਦੋਂ ਚੱਕਰ ਪੇਸ਼ੈਂਟ ਨੂੰ ਜ਼ਿਆਦਾ ਆਉਣ ਉਦੋਂ ਅਸੀਂ ਪੇਸ਼ੈਂਟ ਨੂੰ ਪ੍ਰਸਕ੍ਰਾਈਬ ਕਰੀਦਾ ਕਿ ਤੁਸੀਂ ਕਾਲਰ ਲਗਾ ਕੇ ਰੱਖੋ। ਪਰ ਜਿਹੜਾ ਕਾਲਰ ਉਹ ਹਮੇਸ਼ਾ ਹੀ ਨਹੀਂ ਲਗਾ ਕੇ ਰੱਖਣਾ ਚਾਹੀਦਾ, ਉਹਦੀ ਕੁਛ ਟੈਕਨੀਕਸ ਹੁੰਦੀਆਂ ਨੇ। ਜਿਵੇਂ ਕਿ ਤੁਸੀਂ ਕਿਤੇ ਸਫ਼ਰ ਕਰਨਾ ਆ ਜਾਂ ਆਪਾਂ ਲੌਂਗ ਡਰਾਈਵ ਕਰਨੀ ਆ, ਉਹਦੇ ਵਿੱਚ ਤੁਹਾਨੂੰ ਕਾਲਰ ਲਗਾਉਣਾ ਚਾਹੀਦਾ ਆ। ਕਾਲਰ ਲਗਾਉਣ ਦੇ ਨਾਲ ਨਾਲ ਜੇ ਤੁਸੀਂ ਨੈਕ ਦੀ ਐਕਸਰਸਾਈਜ਼ ਕਰਦੇ ਹੋ ਤਾਂ ਕਾਲਰ ਲਗਾਉਣ ਦਾ ਫਾਇਦਾ ਹੈ। ਜੇ ਇਕੱਲਾ ਕਾਲਰ ਲਗਾਉਂਗੇ ਉਹਦੇ ਨਾਲ ਉਹਦੇ ਐਡਵਰਸ ਇਫੈਕਟ ਸ਼ੁਰੂ ਹੋ ਜਾਂਦੇ, ਕਈ ਵਾਰੀ ਮਰੀਜ਼ ਆਦੀ ਹੋ ਜਾਂਦਾ ਕਾਲਰ ਲਗਾਉਣ ਦਾ। ਠੀਕ ਹੈ, ਆਪਣੀ ਮਰਜ਼ੀ ਨਾਲ ਕਾਲਰ ਨਹੀਂ ਲਗਾਉਣਾ ਚਾਹੀਦਾ। ਇਹ ਜਦੋਂ ਤੁਹਾਨੂੰ ਥੈਰੇਪਿਸਟ ਜਾਂ ਫਿਜ਼ੀਓਥੈਰੇਪਿਸਟ ਪ੍ਰਸਕ੍ਰਾਈਬ ਕਰੇ ਉਦੋਂ ਹੀ ਕਾਲਰ ਲਗਾਉਣਾ ਚਾਹੀਦਾ ਆ। ਕਾਲਰ ਦਾ ਮੇਨ ਕੰਮ ਹੁੰਦਾ ਸਪੋਰਟ। ਕਾਲਰ ਨੇ ਤੁਹਾਡੀ ਕੋਈ ਬਿਮਾਰੀ ਨਹੀਂ ਠੀਕ ਕਰ ਦੇਣੀ, ਉਹਨੇ ਤੁਹਾਡੀ ਨੈਕ ਨੂੰ ਸਪੋਰਟ ਕਰਨੀ ਆ ਕਿ ਤੁਹਾਡੇ ਜਿਹੜੇ ਮਣਕੇ ਆ ਉਹਨਾਂ 'ਤੇ ਕੰਪਰੈਸ਼ਨ ਨਾ ਪਵੇ, ਦਾਬ ਨਾ ਪਵੇ, ਝਟਕੇ ਨਾ ਲੱਗਣ। ਇਸ ਕਰਕੇ ਜਦੋਂ ਤੁਸੀਂ ਲੰਬਾ ਸਫ਼ਰ ਕਰਨਾ ਆ ਜਾਂ ਪ੍ਰੋਲੌਂਗ ਸੀਟਿੰਗ ਕਰਨੀ, ਉਦੋਂ ਹੀ ਨੈਕ ਕਾਲਰ ਲਗਾਇਆ ਜਾਵੇ। ਨਾਲ ਉਹਦੇ ਨੈਕ ਦੀਆਂ ਐਕਸਰਸਾਈਜ਼ਾਂ ਕਰਨੀਆਂ ਬਹੁਤ ਜ਼ਰੂਰੀ ਆ ਤਾਂ ਜੋ ਕਾਲਰ ਲਗਾਉਣ ਦੇ ਨਾਲ ਤੁਹਾਡੇ ਨੈਕ ਦੇ ਮਸਲ ਕਮਜ਼ੋਰ ਨਾ ਹੋਣ। ਅੱਛਾ, ਇੱਕ ਚੀਜ਼ ਅਕਸਰ ਅਸੀਂ ਦੇਖਦੇ ਹਾਂ ਡਾਕਟਰ ਸਾਹਿਬ, ਲੋਕੀ ਕੀ ਕਹਿੰਦੇ ਨੇ ਕਿ ਮੇਰੇ ਜੀ ਚੱਕਰ ਆਉਣ ਲੱਗ ਪਏ ਨੇ, ਸਰਵਾਈਕਲ ਮੈਨੂੰ ਪ੍ਰੋਬਲਮ ਹੈਗੀ ਹੈ, ਅਤੇ ਉਹਦੇ ਨਾਲ ਇੱਕ ਛੋਟੀ ਜਿਹੀ ਗੋਲੀ ਦਿੰਦੇ ਆ, ਉਹ ਖਾਣਾ ਸ਼ੁਰੂ ਕਰ ਦਿੰਦੇ ਨੇ। ਜਦੋਂ ਅਸੀਂ ਮੰਨ ਲਓ ਕਿਸੇ ਫਿਜ਼ੀਓਥੈਰੇਪਿਸਟ ਦੇ ਕੋਲੋਂ ਆਪਣਾ ਇਲਾਜ ਕਰਵਾ ਰਹੇ ਹਾਂ ਤਾਂ ਕੀ ਉਹ ਇਸ ਗੋਲੀ ਨੂੰ ਖਾਣ ਦੇ ਵਾਸਤੇ ਸਲਾਹ ਦਿੰਦੇ ਨੇ? ਕੀ ਉਹ ਸਾਡੇ ਵਾਸਤੇ ਚੰਗੀ ਹੈ ਖਾਣੀ? ਬਹੁਤੀਆਂ ਜਿਹੜੀਆਂ ਗੋਲੀਆਂ ਹੁੰਦੀਆਂ ਨੇ ਪੇਨ ਵਾਸਤੇ, ਹੁਣ ਅਸੀਂ ਕਿਸੇ ਡਾਕਟਰ ਕੋਲ ਪੇਨ ਵਾਸਤੇ ਗਏ ਹਾਂ, ਉਹ ਦਰਦ ਨੂੰ ਖ਼ਤਮ ਕਰਨ ਵਾਸਤੇ ਉਹਨਾਂ ਤੁਹਾਨੂੰ ਦਰਦ ਦੀ ਦਵਾਈ ਹੀ ਦੇਣੀ ਆ। ਫਿਜ਼ੀਓਥੈਰੇਪੀ ਟੈਕਨੀਕ ਬਣੀ ਹੀ ਤਾਂ ਹੈ ਕਿ ਦਵਾਈਆਂ ਦੇ ਜਿਹੜੇ ਸਾਈਡ ਇਫੈਕਟ ਤੋਂ ਬਚਿਆ ਜਾ ਸਕੇ। ਇਸ ਕਰਕੇ ਜਿਹੜੀ ਮੇਨ ਪ੍ਰੋਬਲਮ ਆ ਆਪਾਂ ਉਹਦਾ ਸੌਰਟ ਆਊਟ ਕਰੀਏ, ਨਾ ਕਿ ਇਕੱਲੇ ਦਰਦ ਨੂੰ ਖ਼ਤਮ ਕਰਾਈਏ। ਹੁਣ ਜੇ ਤੁਹਾਡੇ ਨੈਕ ਦੇ ਮਸਲ ਸਪਾਜ਼ਮ ਆ, ਟਾਈਟ ਆ, ਅਤੇ ਜਿੰਨਾ ਚਿਰ ਅਸੀਂ ਉਹਨੂੰ ਰਿਲੀਜ਼ ਨਹੀਂ ਕਰਾਂਗੇ, ਰਿਲੈਕਸ ਨਹੀਂ ਕਰਾਂਗੇ, ਉਨਾ ਚਿਰ ਤੁਹਾਡੀ ਦਰਦ ਨਹੀਂ ਹਟ ਸਕਦੀ। ਇਸ ਕਰਕੇ ਉਹ ਦਵਾਈ ਦੀ ਡੋਜ਼ ਘਟਾ ਦੇਣੀ ਚਾਹੀਦੀ ਜਾਂ ਬੰਦ ਕਰ ਦੇਣੀ ਚਾਹੀਦੀ ਹੈ। ਤੁਸੀਂ ਫਿਜ਼ੀਓਥੈਰੇਪਿਸਟ ਨਾਲ ਵੀ ਸਲਾਹ ਕਰ ਸਕਦੇ ਆ ਕਿ ਮੈਨੂੰ ਦਵਾਈ ਖਾਣੀ ਚਾਹੀਦੀ ਹੈ ਕਿ ਨਹੀਂ ਖਾਣੀ ਚਾਹੀਦੀ ਹੈ। ਜੇ ਨਹੀਂ ਜ਼ਰੂਰੀ ਤਾਂ ਫਿਜ਼ੀਓਥੈਰੇਪੀ ਤੁਹਾਡੀ ਮੈਡੀਸਨ ਬੰਦ ਕਰਵਾ ਸਕਦੇ ਆ। ਅਤੇ ਐਕਸਰਸਾਈਜ਼ 'ਤੇ ਆਪਣੀ ਫਿਜ਼ੀਓਥੈਰੇਪੀ 'ਤੇ ਧਿਆਨ ਦਿਓ, ਅਤੇ ਇਮੀਡੀਏਟ ਰਿਲੀਫ ਨਹੀਂ ਮਿਲਣਾ ਉਸ ਚੀਜ਼ ਦੇ ਨਾਲ। ਫਿਜ਼ੀਓਥੈਰੇਪੀ ਦੇ ਨਾਲ ਕੋਈ ਵੀ ਪ੍ਰੋਬਲਮ ਟਾਈਮ ਲੈਂਦੀ ਠੀਕ ਹੋਣ ਨੂੰ, ਹੌਲੀ ਹੌਲੀ ਠੀਕ ਹੁੰਦੀ ਪਰ ਜੜ ਤੋਂ ਠੀਕ ਹੋ ਜਾਂਦੀ ਆ। ਹੁਣ ਸਰਵਾਈਕਲ ਦੇ ਕੇਸ ਦੇ ਵਿੱਚ ਕੀ ਹੁੰਦਾ ਆ, ਸਰਵਾਈਕਲ ਸਪਾਜ਼ਮ ਕਹੀਏ ਤਾਂ ਆਪਾਂ ਜ਼ਿਆਦਾ ਵਧੀਆ ਆ, ਜਾਂ ਨੈਕ ਪੇਨ ਆਪਾਂ ਉਹਨੂੰ ਕਹਿ ਲਈਏ, ਕਿਉਂਕਿ ਸਾਰੀਆਂ ਪ੍ਰੋਬਲਮ ਸਰਵਾਈਕਲ ਸਪੌਂਡਲੋਸਿਸ ਜਾਂ ਲਾਈਸਿਸ ਨਹੀਂ ਹੁੰਦੀਆਂ, ਇਹ ਅਲੱਗ-ਅਲੱਗ ਕੰਡੀਸ਼ਨਸ ਹੁੰਦੀਆਂ ਨੇ। ਪਰ ਅੱਜ ਕੱਲ੍ਹ ਦਾ ਯੂਥ 'ਚ, ਅੱਜ ਕੱਲ੍ਹ ਦੀ ਜਨਰੇਸ਼ਨ ਜਿਹੜੀ ਚੀਜ਼ ਨਾਲ ਜੂਝ ਰਹੀ ਆ ਉਹ ਸਰਵਾਈਕਲ ਸਪਾਜ਼ਮ ਆ, ਜਿਹਦੇ ਵਿੱਚ ਕਿ ਆਪਾਂ ਉਹਦੀ ਹੈਬਿਟਸ ਕਰਕੇ ਜਾਂ ਕਿਸੇ ਵੀ ਰੀਜ਼ਨ ਕਰਕੇ ਨੈਕ 'ਚ ਪੇਨ ਹੋ ਰਹੀ ਆ। ਸਭ ਤੋਂ ਪਹਿਲਾਂ ਤਾਂ ਅਸੀਂ ਪੇਸ਼ੈਂਟ ਦੀ ਹਿਸਟਰੀ ਲਈਦੀ ਹੈ ਕਿ ਤੁਹਾਡੀ ਗਰਦਨ 'ਚ ਦਰਦ ਹੋਣ ਦਾ ਰੀਜ਼ਨ ਕੀ ਆ। ਉਹ ਹਿਸਟਰੀ ਤੋਂ ਸਾਨੂੰ ਪਤਾ ਲੱਗ ਜਾਂਦਾ ਕਿ ਪੇਸ਼ੈਂਟ ਦੀ ਆਕੂਪੇਸ਼ਨ ਕੀ ਆ, ਉਹ ਕੰਮ ਕੀ ਕਰਦਾ ਆ, ਜਾਂ ਤਾਂ ਉਹ ਵਾਈਟ ਕਾਲਰ ਜੋਬ ਆ, ਸਾਰਾ ਦਿਨ ਲੈਪਟਾਪ ਜਾਂ ਕੰਪਿਊਟਰ 'ਤੇ ਬੈਠੇ ਰਹਿੰਦੇ ਆ, ਉਸ ਚੀਜ਼ ਨੂੰ ਥੋੜ੍ਹਾ ਘਟਾਉਣਾ ਪੈਣਾ ਹੈ। ਠੀਕ ਹੈ, ਜਾਂ ਆਪਾਂ ਸਾਰਾ ਦਿਨ ਮੋਬਾਈਲ ਦਾ ਜ਼ਿਆਦਾ ਯੂਜ਼ ਕਰਦੇ ਹਾਂ, ਉਹ ਮੋਬਾਈਲ ਦੀ ਵਰਤੋਂ ਨੂੰ ਘਟਾਉਣਾ ਪੈਣਾ ਆ। ਜਾਂ ਆਪਾਂ ਬਿਲਕੁਲ ਐਕਸਰਸਾਈਜ਼ ਨਹੀਂ ਕਰਦੇ, ਸਾਨੂੰ ਆਪਣੀ ਲਾਈਫ ਦੇ ਵਿੱਚ ਐਕਸਰਸਾਈਜ਼ ਇਨਕਲੂਡ ਕਰਨੀ ਪੈਣੀ ਆ। ਕੁਛ ਬਿਮਾਰੀਆਂ ਦਾ ਇਲਾਜ ਮਰੀਜ਼ ਖੁਦ ਆਪ ਕਰਦਾ ਆ, ਅਸੀਂ ਸਿਰਫ ਉਹਨੂੰ ਗਾਈਡ ਕਰਨਾ ਹੁੰਦਾ। ਗਾਈਡੈਂਸ ਵੀ ਕਈ ਵਾਰੀ ਪ੍ਰੋਪਰ ਨਹੀਂ ਹੁੰਦੀ। ਇਸ ਕਰਕੇ ਜਦੋਂ
ਹਿਸਟਰੀ ਲੈਣ ਤੋਂ ਬਾਅਦ ਅਸੀਂ ਰੀਜ਼ਨ ਦੇਖੀਦਾ ਕਿ ਜਿਹੜੇ ਧੌਣ ਦੇ ਜਿਹੜੇ ਤੁਹਾਡੇ ਵਰਟੀਬਰਾਸ ਆ ਕਿ ਉਹ ਆਪਣੀ ਜਗ੍ਹਾ 'ਤੇ ਹੈਗੇ ਕਿ ਨਹੀਂ ਹੈਗੇ। ਕਈ ਵਾਰ ਕੀ ਹੁੰਦਾ ਆ, ਨੈਕ ਦੇ ਜਿਹੜੇ ਵਰਟੀਬਰਾਸ ਆ ਉਹ ਆਪਣੀ ਜਗ੍ਹਾ ਤੋਂ ਡਿਸਪਲੇਸ ਹੋ ਜਾਂਦੇ ਆ, ਉਹਨਾਂ 'ਚ ਕੰਪਰੈਸ਼ਨ ਆ ਜਾਂਦੀ ਆ। ਕਈ ਵਾਰੀ ਆਪਾਂ ਦੇਖੀਦਾ ਕਿ ਗਰਦਨ 'ਚੋਂ ਦਰਦ ਹੋ ਕੇ ਬਾਹਾਂ ਦੇ ਵਿੱਚ ਸਪਲਾਈ ਹੁੰਦੀ ਆ। ਉਹਦਾ ਰੀਜ਼ਨ ਹੁੰਦਾ ਹੈ ਕਿ ਜਿਹੜੇ ਧੌਣ ਦੇ ਮਣਕਿਆਂ ਜਿਹੜੇ ਆਪਣੇ ਮਣਕੇ ਹੁੰਦੇ ਆ ਉਹਨਾਂ ਵਿੱਚ ਜਿਹੜੀ ਡਿਸਕ ਆ ਉਹ ਪ੍ਰਲੈਪਸ ਹੋ ਗਈ ਹੁੰਦੀ ਆ, ਡਿਸਕ ਬਾਹਰ ਆ ਗਈ ਹੁੰਦੀ ਆ, ਅਤੇ ਜਿਹੜੀ ਸਰਾਊਂਡਿੰਗ ਨਰਵ ਜਾਣ ਡਈ ਆ ਇਹ ਨਰਵ ਇੰਪਿੰਜ ਹੁੰਦੀ ਆ। ਆਹ ਧੌਣ ਦੇ 7 ਮਣਕੇ ਆ, 1 2 3 4 5 6 7, ਠੀਕ ਹੈ। ਆਹ ਹਰੇਕ ਮਣਕੇ ਦੇ ਵਿੱਚ ਇੱਕ ਡਿਸਕ ਹੁੰਦੀ ਆ। ਉਹ ਜਦੋਂ ਡਿਸਕ ਪ੍ਰਲੈਪਸ ਹੁੰਦੀ ਆ, ਨਰਵ ਜਾ ਰਹੀ ਹੁੰਦੀ ਹੈ ਬਾਹਾਂ ਨੂੰ, ਇਹ ਨਸ ਬਾਹਾਂ ਨੂੰ ਸਪਲਾਈ ਹੁੰਦੀ ਆ। ਇਹ ਜਦੋਂ ਨਸ ਦਬ ਜਾਂਦੀ ਹੈ ਅਤੇ ਬਾਹਾਂ ਦੇ ਵਿੱਚ ਕਈ ਵਾਰੀ ਝੁੰਝਣਾਹਟ ਫੀਲ ਹੋਣ ਲੱਗ ਪੈਂਦੀ ਆ, ਬਾਹਾਂ 'ਚ ਦਰਦ ਸ਼ੁਰੂ ਹੋ ਜਾਂਦੀ ਹੈ ਅਤੇ ਹੱਥ ਸੌਣ ਲੱਗ ਪੈਂਦੇ ਆ। ਜਦੋਂ ਇਸ ਕੰਡੀਸ਼ਨ ਤੱਕ ਪੇਸ਼ੈਂਟ ਪਹੁੰਚ ਜਾਂਦਾ ਆ, ਫਿਰ ਸਾਡੇ ਇਲਾਜ ਦਾ ਪ੍ਰੋਟੋਕੋਲ ਥੋੜ੍ਹਾ ਚੇਂਜ ਹੋ ਜਾਂਦਾ ਹੈ। ਜਿਹੜੀ ਇਕੱਲੀ ਜਨਰਲਾਈਜ਼ ਪੇਨ ਨੈਕ 'ਚ ਹੁੰਦੀ ਹੈ ਉਹਦੇ ਵਾਸਤੇ ਅਸੀਂ ਸਾਡੀ ਟੈਂਸ ਮਸ਼ੀਨ ਹੁੰਦੀ ਜਿਹਦੇ ਨਾਲ, ਜਾਂ IFT ਹੁੰਦੀ, ਦਰਦ ਖਤਮ ਕਰ ਦਿੰਦੇ ਆ, ਜਾਂ ਹੱਥ ਨਾਲ ਸੌਫਟ ਟਿਸ਼ੂ ਨੂੰ ਮੈਨੀਪੂਲੇਟ ਕਰ ਦਿੰਦੀ ਆ, ਸਟਰੈਚਿੰਗ ਕਰਵਾ ਕੇ ਜਾਂ ਐਕਸਰਸਾਈਜ਼ ਕਰਵਾ ਕੇ ਮਰੀਜ਼ ਨੂੰ ਕਾਫੀ ਦੇਰ ਤੱਕ ਰਿਲੀਫ ਮਿਲ ਜਾਂਦਾ ਹੈ। ਸਿਰਫ ਗਰਦਨ ਦਰਦ ਜਿਹੜੀ ਆ ਉਹ 5-7 ਦਿਨ ਦੇ ਵਿੱਚ ਠੀਕ ਹੋ ਜਾਂਦੀ ਹੈ। ਮੈਂ ਇੱਕ ਚੀਜ਼ ਤੇ ਹੋਰ ਪੁੱਛਣਾ ਚਾਹਾਂਗੀ ਕਿ ਕੀ ਜਿਹੜੀ ਇਹ ਗਰਦਨ ਦਰਦ ਆ, ਕੀ ਉਹ ਹਰੇਕ ਗਰਦਨ ਦਰਦ ਜਿਹੜੀ ਹੈ ਉਹ ਸਰਵਾਈਕਲ ਦੇ ਨਾਲ ਹੀ ਜੁੜੀ ਹੋਈ ਹੈ? ਸਰਵਾਈਕਲ ਤਾਂ ਇੱਕ ਮਣਕਿਆਂ ਦਾ ਨਾਮ ਹੀ ਆ, ਉਹਦੇ ਬਹੁਤ ਸਾਰੀਆਂ ਪ੍ਰੋਬਲਮਸ ਨੇ। ਸਰਵਾਈਕਲ ਸਪਾਜ਼ਮ ਮੈਂ ਤੁਹਾਨੂੰ ਕਹਿ ਚੁੱਕਾ, ਸਰਵਾਈਕਲ ਸਪਾਜ਼ਮ ਜਿਹੜੀ ਆ ਉਹ ਇੱਕ ਅਲੱਗ ਕੰਡੀਸ਼ਨ ਆ। ਹਰੇਕ ਪ੍ਰੋਬਲਮ ਸਰਵਾਈਕਲ ਸਪੌਂਡਲੋਸਿਸ ਜਾਂ ਲਾਈਸਿਸ ਨਹੀਂ ਹੁੰਦੀ, ਇਹ ਇੱਕ ਅਲੱਗ ਪ੍ਰੋਬਲਮ ਆ, ਠੀਕ ਹੈ। ਹੁਣ ਜੇ ਤਾਂ ਸਿਰਫ ਨੈਕ ਦੇ ਮਸਲਸ ਦੇ ਵਿੱਚ ਪ੍ਰੋਬਲਮ ਆ, ਉਹ ਮਸਲਸ ਆਪਾਂ ਰਿਲੀਜ਼ ਕਰਕੇ ਠੀਕ ਹੋ ਜਾਂਦੀ ਆ, ਹਫ਼ਤਾ 10 ਦਿਨ ਲੱਗਦੇ ਨੇ। ਪਰ ਜੇ ਤੁਹਾਡੀ ਡੀਜਨਰੇਸ਼ਨ ਕਰਕੇ ਸਪੌਂਡਲੋਸਿਸ ਜਿਹਨੂੰ ਆਪਾਂ ਕਹਿੰਦੇ ਆ, ਮਣਕੇ ਦੱਬ ਹੋ ਗਏ ਆ, ਮਣਕੇ ਦੇ ਨਾਲ ਨਰਵ ਇੰਪਿੰਜ ਹੋ ਗਈ ਆ, ਬਾਹਾਂ 'ਚ ਦਰਦ ਜਾਣ ਲੱਗ ਪਈ ਆ, ਉਹਦਾ ਇਲਾਜ ਹੋਰ ਹੁੰਦਾ ਆ। ਉਹਦੇ ਵਿੱਚ ਕੀ ਹੁੰਦਾ ਆ, ਅਸੀਂ ਨੈਕ ਦੇ ਜਿਹੜੇ ਮਣਕੇ ਆਪਸ 'ਚ ਪ੍ਰੈਸ ਹੋ ਗਏ ਆ, ਇਹਨੂੰ ਡਿਸਟਰੈਕਟ ਕਰਨ ਵਾਸਤੇ ਇੱਕ ਸਰਵਾਈਕਲ ਟਰੈਕਸ਼ਨ ਹੁੰਦੀ ਆ। ਕਈ ਵਾਰੀ ਅਸੀਂ ਉਸ ਟਰੈਕਸ਼ਨ ਮਸ਼ੀਨ ਦਾ ਯੂਜ਼ ਕਰਦੇ ਹਾਂ, ਕਈ ਵਾਰੀ ਅਸੀਂ ਆਪਣੇ ਹੱਥਾਂ ਨਾਲ ਟਰੈਕਸ਼ਨ ਦੇਈਦੀ ਮੈਨੂਅਲੀ, ਕਈ ਵਾਰੀ ਅਸੀਂ ਪਰਟੀਕੂਲਰ ਮਣਕੇ 'ਤੇ ਟਰੈਕਸ਼ਨ ਦੇਈਦੀ ਆ ਆਪਣੇ ਹੱਥਾਂ ਦੇ ਨਾਲ ਜਾਂ ਕਿਸੇ ਵੀ ਡਿਵਾਈਸ ਦੇ ਨਾਲ, ਅਤੇ ਉਸ ਤੋਂ ਬਾਅਦ ਇਸ ਚੀਜ਼ ਦਾ ਹੱਲ ਕੀਤਾ ਜਾਂਦਾ ਆ। ਅਤੇ ਜਿਹੜੀ ਨਰਵ ਜਾਂਦੀ ਆ ਬਾਂਹ ਦੇ ਵਿੱਚ ਉਹ ਦਰਦ ਹੁੰਦੀ ਆ, ਟਰੈਕਸ਼ਨ ਦੇਣ ਦੇ ਨਾਲ, ਐਕਸਰਸਾਈਜ਼ ਦੇਣ ਦੇ ਨਾਲ, ਐਡਜਸਟਮੈਂਟ ਦੇ ਨਾਲ ਉਹ ਕਾਫੀ ਹੱਦ ਤੱਕ ਰਿਲੀਫ ਹੋ ਜਾਂਦੀ ਹੈ। ਅੱਛਾ, ਫਿਜ਼ੀਓਥੈਰੇਪੀ ਦੇ ਨਾਲ ਮੈਂ ਪੁੱਛਣਾ ਚਾਹਾਂਗੀ ਕਿ ਜਿਹੜੀ ਇਹ ਸਾਡੀ ਸਰਵਾਈਕਲ ਦਰਦ ਹੈ ਉਹਨੂੰ ਜੜ੍ਹ ਤੋਂ ਖਤਮ ਕੀਤਾ ਜਾ ਸਕਦਾ ਹੈ? ਜੇ ਕੀਤਾ ਜਾ ਸਕਦਾ ਹੈ ਤਾਂ ਕਿੰਨਾ ਸਮਾਂ ਲੱਗਦਾ? ਸਰਵਾਈਕਲ ਪੇਨ ਜਿਹੜੀ ਆ ਉਹ ਪਹਿਲੀ ਗੱਲ ਕੋਈ ਬਿਮਾਰੀ ਨਹੀਂ ਹੈ, ਸਾਡੀ ਆਪ ਦੀ ਪੈਦਾ ਕੀਤੀ ਹੋਈ ਇੱਕ ਪ੍ਰੋਬਲਮ ਹੈ। ਜੇ ਤਾਂ ਪ੍ਰੋਬਲਮ ਥੋੜ੍ਹੀ ਆ, ਮਰੀਜ਼ ਆਪ ਹੀ ਆਪਣੇ ਘਰ ਹੌਟ ਫਰਮੈਂਟੇਸ਼ਨ ਕਰਕੇ, ਗਰਮ ਪਾਣੀ ਦੀ ਟਕੋਰ ਕਰਕੇ, ਜਾਂ ਐਕਸਰਸਾਈਜ਼ ਜੋ ਤੁਹਾਨੂੰ ਫਿਜ਼ੀਓਥੈਰੇਪਿਸਟ ਨੇ ਦੱਸੀਆਂ ਨੇ ਉਹ ਕਰਕੇ ਕਾਫੀ ਹੱਦ ਤੱਕ ਪ੍ਰੋਬਲਮ ਠੀਕ ਹੋ ਜਾਂਦੀ ਹੈ। ਪਰ ਜਦੋਂ ਬਾਹਾਂ ਦੇ ਵਿੱਚ ਦਰਦ ਜਾਣ ਲੱਗ ਪੈਂਦੀ ਆ, ਉਸ ਚੀਜ਼ ਨੂੰ ਠੀਕ ਹੋਣ ਨੂੰ ਘੱਟੋ ਘੱਟ ਮਹੀਨਾ 1.5 ਮਹੀਨਾ ਲੱਗਦਾ ਆ। ਜਿੰਨਾ ਚਿਰ ਫਿਜ਼ੀਓਥੈਰੇਪਿਸਟ ਤੁਹਾਨੂੰ ਕੰਟੀਨਿਊ ਕਰਨ ਨੂੰ ਕਹਿੰਦੇ ਆ ਫਿਜ਼ੀਓਥੈਰੇਪੀ, ਉਨਾ ਚਿਰ ਸਾਨੂੰ ਕੰਟੀਨਿਊ ਕਰਵਾਉਣੀ ਚਾਹੀਦੀ ਆ। ਬਹੁਤੇ ਕੇਸਿਸ ਦੇਖਣ ਨੂੰ ਆਇਆ ਕਿ ਮੈਂ ਜੀ ਬਹੁਤ ਇਲਾਜ ਕਰਵਾਇਆ, बहुत इलाज का मतलब 5 दिन किसी मालच वाले को, 5 दिन किसी मेडिसिन वाले को, 5 दिन किसी फिजियोथेरेपिस्ट को। ये चीज़ से सानू थोड़ा जा पेशेंस रखनिया पैंदियां ते धैर्य रखना पैंदा कि हौली हौली जिहड़ी है दर्द ठीक हुंदी है, एकदम ठीक नहीं हुंदी। ते मैं यही कहना चाहूँगा दर्शकों नूं कि जिहड़ा तुहाडा फिजियोथेरेपिस्ट आ वो जिन्ना चिर तुहानूं फिजियोथैरेपी प्रिस्क्राइब करते हैं उन्होंने कोर्स पूरा करो, उस तो बाद उन्होंने सलाह के नाल ही फिजियोथैरेपी बंद डिसकंटिन्यू की जाए। अपनी मर्जी के नाल 4-5 दिन जाके फिजियोथैरेपी बंद ना करवाओ, क्योंकि इस चीज़ ठीक होने टाइम लैंदी आ, यकदम वाला प्रोसैस नहीं हैगा जिन्नी, क्योंकि जिहड़ा इंस्टेंट रिलीफ हुंदा ना वो कोई ट्रीटमेंट नहीं हुंदा। हुण दर्द हुई, मैं गोली खा ली दर्द की, और दर्द खत्म हो गई, उन्हें दर्द खत्म कर दी, पर तुहाडी जड़ तो जिहड़े मसल स्पाजम आ उहनूं खत्म नहीं किया। मसल स्पाजम नूं खत्म करने वास्ते जां तुहाडे जॉइंट्स की अलाइनमेंट नूं ठीक करने वास्ते तुहानूं फिजियोथैरेपिस्ट कोल ही जाना पैना आ। उन्हें ही अपनी टैक्नीक्स दे नाल तुहाडी जिहड़ी बीमारी दा इलाज करना है। डॉक्टर साहब, मैं चाहांगी कि सानूं जरूर दसो कि 2-4 ਇਹੋ ਜਿਹੀਆਂ ਐਕਸਰਸਾਈਜ਼ ਜਿਹਦੇ ਨਾਲ ਅਸੀਂ ਆਪਣੇ ਸਰਵਾਈਕਲ ਦੀ ਦਰਦ ਆ ਉਹਨੂੰ ਥੋੜਾ ਜਿਹਾ ਘਟਾ ਲਈਏ, ਕਿਉਂਕਿ ਅਕਸਰ ਦੇਖਦੇ ਹਾਂ ਕਿ ਸਾਨੂੰ ਇਹ ਤਾਂ ਹੈ ਨਹੀਂ ਕਿ ਅਸੀਂ 24 ਘੰਟੇ ਆ ਕੇ ਫਿਜ਼ੀਓਥੈਰੇਪਿਸਟ ਦੇ ਕੋਲ ਉਸੇ ਵੇਲੇ ਆ ਜਾਈਏ ਤਾਂ ਉਸੇ ਵੇਲੇ ਆਪਣੀ ਬਿਮਾਰੀ ਦਾ ਇਲਾਜ ਕਰਵਾ ਕੇ ਜਾਈਏ। ਕੁਝ ਕੁ ਡਾਕਟਰਸ ਵੀ ਫਿਜ਼ੀਓਥੈਰੇਪਿਸਟ ਖਾਸ ਤੌਰ ਦੇ ਉੱਤੇ ਘਰ ਦੇ ਵਿੱਚ ਵੀ ਕੋਈ ਐਕਸਰਸਾਈਜ਼ ਜਿਹੜੀਆਂ ਨੇ ਉਹ ਦੱਸਦੇ ਨੇ, ਤੇ ਮੈਂ ਚਾਹਾਂਗੀ ਤੁਸੀਂ ਸਾਨੂੰ ਜ਼ਰੂਰ ਦੱਸੋ ਕਿ ਉਹ ਕਿਹੜੀਆਂ ਐਕਸਰਸਾਈਜ਼ ਹੈ ਜਿਨ੍ਹਾਂ ਨੂੰ ਕਰਕੇ ਅਸੀਂ ਆਪਣੀ ਜਿਹੜੀ ਗਰਦਨ ਦਾ ਦਰਦ ਆ ਉਹਨੂੰ ਠੀਕ ਕਰ ਸਕਦੇ ਹਾਂ। ਸਭ ਤੋਂ ਪਹਿਲਾਂ ਤਾਂ ਇੱਕ ਹੋਮ ਰੈਮਡੀ ਆ, ਜਿਹਦੇ ਵਿੱਚ ਤੁਸੀਂ ਕੀ ਕਰਨਾ, ਗਰਮ ਪਾਣੀ ਕਰਕੇ ਉਹਦੇ ਵਿੱਚ ਨਮਕ ਤੇ ਫਟਕੜੀ ਇੱਕ ਚਮਚਾ ਪਾ ਲੈਣੀ ਆ, ਫਿਰ ਉਹਦੇ ਵਿੱਚ ਟਾਵਲ ਡਿਪ ਕਰਕੇ ਉਹਨੂੰ ਨਿਚੋੜ ਕੇ ਉਹਦੀ ਸਟੀਮ ਨੂੰ ਆਪਣੀ ਗਰਦਨ 'ਤੇ ਲੈਣਾ ਆ।
ਗਰਦਨ ਤੇ ਰੱਖ ਕੇ ਉਹ ਸਟੀਮ ਲੈ ਕੇ 10-15 ਮਿੰਟ ਪ੍ਰੋਸੈਸ ਇਹ ਦਿਨ 'ਚ 2 ਵਾਰ ਕਰੋ, ਜਿਹਦੇ ਨਾਲ ਇੱਕ ਤਾਂ ਤੁਹਾਡਾ ਖੂਨ ਦਾ ਦੌਰਾ ਤੇਜ਼ ਹੋ ਜਾਣਾ ਉਸ ਜਗ੍ਹਾ ਦਾ, ਕਿਉਂਕਿ ਖੂਨ ਹੀ ਜਿਹੜਾ ਟਿਸ਼ੂ ਦੀ ਡਿਮਾਂਡ ਆ ਤੇ ਉਹਨੇ ਹੀਲਿੰਗ ਕਰਨੀ ਹੁੰਦੀ ਆ। ਠੀਕ ਆ, ਜਿੰਨੀ ਜ਼ਿਆਦਾ ਬਲੱਡ ਸਪਲਾਈ ਹੋਊਗੀ ਉਨੀ ਹੀਲਿੰਗ ਜ਼ਿਆਦਾ ਹੋਊਗੀ। ਤੇ ਸੇਕ ਦੇ ਨਾਲ ਤੁਹਾਡੇ ਜਿਹੜੇ ਮਸਲਸ ਆ ਮਾਸਪੇਸ਼ੀਆਂ ਰਿਲੈਕਸ ਹੋ ਜਾਣੀਆਂ। ਤੇ ਮੈਂ ਕੁਝ ਤੁਹਾਨੂੰ ਐਕਸਰਸਾਈਜ਼ ਦੱਸੂਗਾ ਤੇ ਉਹ ਐਕਸਰਸਾਈਜ਼ ਕਰੋ ਤੇ ਤੁਹਾਡੀ ਜਿਹੜੀ ਨੈਕ ਦੀ ਪੇਨ ਆ ਕਾਫੀ ਹੱਦ ਤੱਕ ਠੀਕ ਹੋ ਜਾਏਗੀ ਜੀ। ਤੇ ਹੁਣ ਅਸੀਂ ਚਾਹਾਂਗੇ ਕਿ ਡਾਕਟਰ ਸਾਹਿਬ ਜਿਹੜੀਆਂ ਸਾਨੂੰ ਐਕਸਰਸਾਈਜ਼ ਕਹੀਆਂ ਨੇ ਉਹ ਵੀ ਜ਼ਰੂਰ ਦੱਸਣ, ਕਿਉਂਕਿ ਇੱਥੇ ਪੇਸ਼ੈਂਟ ਵੀ ਆਏ ਹੋਏ ਨੇ ਔਰ ਅਸੀਂ ਉਹਨਾਂ ਦੇ ਕੋਲ ਚੱਲਦੇ ਹਾਂ ਔਰ ਉਹਨਾਂ ਤੋਂ ਜਾਣਦੇ ਹਾਂ ਡਾਕਟਰ ਸਾਹਿਬ ਦੇ ਨਾਲ ਕਿ ਕਿਵੇਂ ਅਸੀਂ ਆਪਣੀ ਜਿਹੜੀ ਇਹ ਸਰਵਾਈਕਲ ਪੇਨ ਹੈ ਜਾਂ ਗਰਦਨ ਦੀ ਦਰਦ ਹੈ ਇਹਨੂੰ ਅਸੀਂ ਕਿਵੇਂ ਠੀਕ ਕਰ ਸਕਦੇ ਹਾਂ। ਸੋ ਇਸ ਵੇਲੇ ਡਾਕਟਰ ਸਾਹਿਬ ਸਾਨੂੰ ਦੱਸਣਗੇ ਕਿ ਅਸੀਂ ਆਪਣੇ ਸਰਵਾਈਕਲ ਜਾਂ ਫਿਰ ਕਹੀਏ ਕਿ ਜਿਹੜੀ ਗਰਦਨ ਦੀ ਦਰਦ ਹੈ ਉਹਨੂੰ ਅਸੀਂ ਕਿਹੜੀਆਂ ਐਕਸਰਸਾਈਜ਼ ਦੇ ਨਾਲ ਠੀਕ ਕਰ ਸਕਦੇ ਹਾਂ। ਹਾਂਜੀ ਡਾਕਟਰ ਸਾਹਿਬ। ਸਭ ਤੋਂ ਪਹਿਲੀ ਐਕਸਰਸਾਈਜ਼ ਹੈਗੀ ਹੈ ਜੀ, ਪਹਿਲਾਂ ਤਾਂ ਆਪਾਂ ਸਟ੍ਰੇਟ ਬੈਠਣਾ ਹੈ ਜੀ। ਸਟ੍ਰੇਟ ਬੈਠਣ ਦੀ ਕੋਸ਼ਿਸ਼ ਕਰਨੀ ਹਮੇਸ਼ਾ, ਆਪਣੀ ਨੈਕ ਨੂੰ ਝੁਕਾ ਕੇ ਨਹੀਂ ਬੈਠਣਾ, ਆਪਣਾ ਪੋਸਚਰ ਠੀਕ ਕਰਨਾ ਆ। ਨੰਬਰ ਦੂਸਰੇ ਤੇ ਐਕਸਰਸਾਈਜ਼ ਜਿਹੜੀ ਹੈਗੀ ਆ ਸਟ੍ਰੈਚਿੰਗ ਐਕਸਰਸਾਈਜ਼ ਕਹਿੰਦੇ ਆ ਆਪਾਂ ਉਹਨੂੰ। ਇੱਕ ਪਾਸੇ ਦਾ ਸਟੂਲ ਨੂੰ ਪਕੜ ਲੈਣਾ ਆ ਤੇ ਦੂਸਰੇ ਹੱਥ ਦੇ ਨਾਲ ਇੱਧਰੋਂ ਆਪਣੇ ਹੈਡ ਨੂੰ ਪਕੜ ਲੈਣਾ ਆ ਤੇ ਦੋਨੋਂ ਇੱਕ ਪਾਸੇ ਨੂੰ ਖਿੱਚ ਪਾਉਣੀ ਆ। ਇੱਥੇ ਤੁਹਾਡੇ ਸਟ੍ਰੈਚ ਹੋਣਾ ਚਾਹੀਦਾ ਆ। ਇਹ ਸਟ੍ਰੈਚ ਨੂੰ ਅਸੀਂ 10 ਸੈਕਿੰਡ ਹੋਲਡ ਕਰਕੇ ਰੱਖਣਾ ਆ। 10 ਸੈਕਿੰਡ ਹੋਲਡ ਕਰਕੇ 1 2 3 4 5 6 7 8 9 10 ਰਿਲੈਕਸ। ਇਹ ਇੱਕ ਐਕਸਰਸਾਈਜ਼ ਹੋ ਗਈ। ਫਿਰ ਇੱਦਾਂ ਹੀ ਦੂਸਰੇ ਪਾਸੇ 10 ਸੈਕਿੰਡ ਹੋਲਡ 1 2 3 4 5 6 7 8 9 10। ਇਹ ਐਕਸਰਸਾਈਜ਼ ਤੁਸੀਂ 5 ਤੋਂ 7 ਰੈਪੀਟੀਸ਼ਨਸ ਕਰਨੀਆਂ ਇਹਦੀਆਂ। ਦੂਜੀ ਐਕਸਰਸਾਈਜ਼ ਹੈ ਸ਼ੋਲਡਰ ਸ਼ਰਗ, ਜਿਹਦੇ ਵਿੱਚ ਅਸੀਂ ਆਪਣੇ ਸ਼ੋਲਡਰਸ ਨੂੰ ਉੱਪਰ ਚੱਕਣਾ ਆ, ਇਹਨੂੰ ਫਿਰ ਨੀਚੇ ਲੈ ਕੇ ਆ ਜਾਣਾ, ਆਰਾਮ ਨਾਲ ਉੱਪਰ ਚੱਕਣਾ ਆ ਤੇ ਆਰਾਮ ਨਾਲ ਨੀਚੇ ਲੈ ਕੇ ਆਉਣਾ ਆ। ਆਹ ਵਾਲੀ ਮੂਵਮੈਂਟ ਰੋਟੇਸ਼ਨ ਮੂਵਮੈਂਟ ਨਹੀਂ ਕਰਨੀ, ਇਹਨੂੰ ਉੱਪਰ ਚੱਕਣਾ, ਉੱਪਰ ਚੱਕੋ ਨੀਚੇ ਲਾ ਜਾਓ। ਇਹ ਵੀ 10 ਰੈਪੀਟੀਸ਼ਨਸ ਕਰਨੀਆਂ ਨੇ ਇਹਦੀਆਂ। ਦੂਸਰੀ ਐਕਸਰਸਾਈਜ਼। ਫਿਰ ਤੀਸਰੀ ਐਕਸਰਸਾਈਜ਼ ਨੈਕ ਨੂੰ ਇਹਦਾ ਸਟ੍ਰੈਚ ਕਰਨਾ, 10 ਸੈਕਿੰਡ ਹੋਲਡ 1 2 3 4 5 6 7 8 9 10। ਫਿਰ ਦੂਸਰੇ ਪਾਸੇ 1 2 3 4 5 6 7 8 9 10। ਇਹ ਤਿੰਨ ਐਕਸਰਸਾਈਜ਼ਾਂ ਜੇ ਆਪਾਂ ਕਰਾਂਗੇ ਸਾਨੂੰ ਕਾਫੀ ਹੱਦ ਤੱਕ ਨੈਕ ਦੀ ਪੇਨ ਤੋਂ ਰਿਲੀਫ ਮਿਲ ਸਕਦਾ ਹੈ। ਜੇ ਤੁਹਾਡੀ ਬਾਹਾਂ ਦੇ ਵਿੱਚ ਵੀ ਦਰਦ ਜਾਂਦੀ ਹੈ ਉਹਦੇ ਵਾਸਤੇ ਕੁਝ ਐਕਸਰਸਾਈਜ਼ਾਂ ਨੇ। ਐਲਬੋ ਨੂੰ ਸਿੱਧੀ ਕਰੋ, ਇਹਨੂੰ ਐਕਸਟੈਂਡ ਕਰੋ, ਦੂਸਰੇ ਹੱਥ ਦੇ ਨਾਲ ਇਹਨੂੰ ਪਕੜੋ ਤੇ ਇਹਨੂੰ ਇਹਦਾ ਸਟ੍ਰੈਚ ਕਰੋ, ਹਲਕਾ ਹਲਕਾ ਸਟ੍ਰੈਚ ਦਿਓ। 1 2 3 4 5 6 7 8 9 10। ਹੁਣ ਦੂਸਰੇ ਪਾਸੇ ਸੇਮ ਇੱਦਾਂ ਹੀ 1 2 3 4 5 6 7 8 9 10। ਇਹ ਕੁਛ ਐਕਸਰਸਾਈਜ਼ ਤੁਸੀਂ ਆਪਣੀ ਡੇਲੀ ਰੂਟੀਨ ਦੇ ਵਿੱਚ ਲਿਆਓ। ਇੱਕ ਹੌਟ ਫਾਰਮ ਮੈਡੀਟੇਸ਼ਨ ਕਰੋ, ਕਾਫੀ ਹੱਦ ਤੱਕ ਤੁਹਾਡੀ ਨੈਕ ਪੇਨ ਰਿਲੀਫ ਹੋ ਜਾਏਗੀ। ਜੇ ਇਸ ਦੇ ਦੌਰਾਨ ਵੀ ਤੁਹਾਡੀ ਨੈਕ ਪੇਨ ਨੂੰ ਘੱਟ ਰਿਲੀਫ ਮਿਲਦਾ ਫਿਰ ਤੁਹਾਨੂੰ ਇੱਕ ਫਿਜ਼ੀਓਥੈਰੇਪਿਸਟ ਦੇ ਕੋਲ ਵਿਜ਼ਿਟ ਕਰਨਾ ਚਾਹੀਦਾ ਆ। ਉਹ ਤੁਹਾਡੀ ਪ੍ਰੋਬਲਮ ਦੇ ਅਕੋਰਡਿੰਗਲੀ ਦੇਖ ਕੇ ਇਹ ਤੁਹਾਡੇ ਜਿਹੜੇ ਧੌਣ ਦੇ ਮਸਲਸ ਹੈਗੇ ਉਹਨੂੰ ਐਡਜਸਟ ਕਰੂਗੇ, ਵਰਟੀਬਰਾਸ ਨੂੰ ਐਡਜਸਟ ਕਰੂਗੇ ਜੀ। ਡਾਕਟਰ ਸਾਹਿਬ ਇੱਕ ਚੀਜ਼ ਮੈਂ ਇੱਥੇ ਜ਼ਰੂਰ ਪੁੱਛਣਾ ਚਾਹਾਂਗੀ ਕਿ ਕਈਆਂ ਦੀ ਸਰਵਾਈਕਲ ਦੇ ਨਾਲ ਜਾਂ ਗਰਦਨ ਦਰਦ ਦੇ ਨਾਲ ਪਿੱਠ ਸਾਰੀ ਦੁਖਣ ਲੱਗ ਪੈਂਦੀ ਹੈ, ਕਿਉਂਕਿ ਇਹ ਜਿਹੜੇ ਮਸਲਸ ਆ ਇਹਦਾ ਲਿੰਕ ਹੀ ਸਾਰਾ ਆਪਸ ਵਿੱਚ ਹੈਗਾ ਆ। ਜਦੋਂ ਆਪਾਂ ਨੈਕ ਦਾ ਪੋਸਚਰ ਨੀਚੇ ਕਰਾਂਗੇ ਆਹ ਧੌਣ ਤੋਂ ਲੈ ਕੇ ਅੱਪਰ ਬੈਕ ਤੱਕ, ਲੋਅਰ ਬੈਕ ਤੱਕ ਸਾਰੀ ਤੁਹਾਡੀ ਸਪਾਈਨ ਦੇ ਉੱਤੇ, ਤੁਹਾਡੀ ਸਾਰੀ ਲੋਅਰ ਅੱਪਰ ਬੈਕ ਦੇ ਉੱਤੇ ਇਫੈਕਟ ਪੈਂਦਾ ਆ। ਉਨੇ ਮਸਲ ਸਟ੍ਰੈਚ ਹੁੰਦੇ ਆ ਕਿਉਂਕਿ ਸਿਰ ਤੋਂ ਲੈ ਕੇ ਪੈਰ ਤੱਕ ਹਰੇਕ ਚੀਜ਼ ਬੋਡੀ ਆਪਸ ਦੇ ਵਿੱਚ ਇੰਟਰਲਿੰਕਡ ਹੈ। ਜਦੋਂ ਇੱਕ ਚੀਜ਼ 'ਤੇ ਕੋਈ ਪ੍ਰੋਬਲਮ ਹੋਏਗੀ ਆਟੋਮੈਟਿਕਲੀ ਉਹਨੇ ਤੇਰੇ ਜਿਹੜੇ ਨਾਲ ਦੇ ਪੋਰਸ਼ਨ ਹੈਗੇ ਉੱਤੇ ਇਫੈਕਟ ਪਾਉਣਾ ਹੈ ਜੀ। ਸੋ ਬਹੁਤ ਚੰਗਾ ਲੱਗਾ ਤੁਸੀਂ ਸਾਨੂੰ ਇੰਨੀ ਜਾਣਕਾਰੀ ਦਿੱਤੀ ਹੈ ਔਰ ਇਹ ਖਾਸ ਤੌਰ ਤੇ ਸਰਵਾਈਕਲ ਦੇ ਉੱਤੇ ਜਿਹੜੀ ਅੱਜ ਦੇ ਦੌਰ ਵਿੱਚ ਮੈਂ ਕਹਾਂਗੀ ਹਰ ਦੂਜੇ ਬੰਦੇ ਨੂੰ ਇਹ ਪ੍ਰੋਬਲਮ ਆ ਤੇ ਜੇਕਰ ਇਹ ਅਸੀਂ ਛੋਟੀਆਂ ਐਕਸਰਸਾਈਜ਼ ਆਪਣੇ ਘਰ ਦੇ ਵਿੱਚ ਆਪ ਕਰ ਲਈਏ ਤਾਂ ਅਸੀਂ ਇਸ ਬਿਮਾਰੀ ਤੋਂ ਨਿਜਾਤ ਪਾ ਸਕਦੇ ਹਾਂ। ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਤੁਹਾਡਾ। ਥੈਂਕ ਯੂ ਜੀ। ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 ਤੇ ਕਲਿੱਕ ਕਰੋ ਬੈਲ ਆਈਕਨ ਤੇ।